स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਖਾਸ ਮੁਲਾਕਾਤ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਸਿੱਖ ਭਾਈਚਾਰੇ ਨੇ ਭਾਵੇਂ ਦੇਸ਼ 'ਚ ਹੋਵੇ ਵਿਦੇਸ਼ ਦੇ ਵਿੱਚ ਹੋਵੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਨੇ, ਆਪਣੀ ਸਿੱਖ ਪਰੰਪਰਾ ਵਿਰਾਸਤ ਨੂੰ ਸਾਂਭਦਿਆਂ ਹੋਇਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮਣਾ ਖੱਟਿਆ। ਅਕਸਰ ਹੀ ਤੁਸੀਂ ਨਗਰ ਕੀਰਤਨਾਂ ਦੇ ਵਿੱਚ ਜਾਂ ਵੈਬਸਾਈਟ ਤੇ ਜਦੋਂ ਤੁਸੀਂ ਸਰਚ ਕਰਦੇ ਹੋ ਕਿ ਸਿੱਖ ਮੋਟਰਸਾਈਕਲ ਦੇ ਬੜੇ ਸੋਹਣੇ ਦ੍ਰਿਸ਼ ਤੁਸੀਂ ਦੇਖਦੇ ਹੋਣੇ ਆ। ਸ਼ਾਨਦਾਰ ਮੋਟਰਸਾਈਕਲਾਂ ਦੇ ਉੱਤੇ ਜਦੋਂ ਖੁੱਲੇ ਦਾੜੇ ਪ੍ਰਕਾਸ਼ ਕਰਕੇ ਸਿੱਖ ਸਜੇ ਹੁੰਦੇ ਨੇ ਔਰ ਨਗਰ ਕੀਰਤਨਾਂ ਦੀ शान बनते हैं तो साडी छाती वैसे ही फुल के चौड़ी हो जाती है। पर कई तरह के सवाल जहन दे विच जरूर आते हैं कि विदेशी धरती के उत्ते दस्तार की महत्ता गोरियां नूं समझाना बड़ा मुश्किल है, क्योंकि साडे मुल्क दे विच असीं सिख परंपरावां रहत मर्यादा ये साडे अंग ने ਜਿਹੜੇ ਅਸੀਂ ਦਸਤਾਰ ਦੀ ਗੱਲ ਕਰਦੇ ਹਾਂ। 6 ਮੀਟਰ ਜਾਂ 5 ਮੀਟਰ ਦਾ ਕੱਪੜਾ ਨਹੀਂ, ਅਸੀਂ ਇਸ ਨੂੰ ਇੱਕ ਯੂਨੀਫਾਰਮ ਦਾ ਹਿੱਸਾ ਮੰਨਦੇ ਹਾਂ, ਅਸੀਂ ਆਪਣੇ ਅੰਗ ਦਾ ਹਿੱਸਾ ਮੰਨਦੇ ਹਾਂ। ਪਰ ਉੱਥੇ ਉਹਨਾਂ ਨੂੰ ਸਮਝਾਉਣਾ ਥੋੜ੍ਹਾ ਜਿਹਾ ਮੁਸ਼ਕਲ ਰਹਿੰਦਾ, ਕਿਉਂਕਿ ਅਕਸਰ ਹੀ ਅਸੀਂ ਇਹ ਸੁਣਨ ਤੇ ਦੇਖਣ ਦੇ ਵਿੱਚ ਆਇਆ ਸੀ ਕਿ ਹੈਲਮਟ ਪਾਣੀ ਪੈਂਦੀ ਹੈ ਸਿੱਖ ਭਰਾਵਾਂ ਨੂੰ, ਉੱਥੇ ਦਸਤਾਰਾਂ ਦੇ ਉੱਤੇ ਵੀ ਹੈਲਮਟ ਪਾਣੀ ਪੈਂਦੀ ਹੈ ਕਿਉਂਕਿ ਉੱਥੇ ਰੂਲਸ ਬਣੇ ਹੋਏ ਨੇ। ਪਰ ਕਈ ਮੁਲਕਾਂ ਦੇ ਕਈ ਸ਼ਹਿਰਾਂ ਦੇ ਵਿੱਚ ਅਜਿਹੀ ਛੋਟ ਮਿਲਦੀ ਰਹੀ ਔਰ ਇੱਕ ਅਜਿਹੀ ਛੋਟ ਮਿਲੀ ਹੈ ਓਨਟਾਰੀਓ ਦੇ ਵਿੱਚ ਵੀ। ਇੱਕ ਲੰਬੀ ਜੰਗ ਜਿਹੜੀ ਹੈ ਓਨਟਾਰੀਓ ਦੇ ਸਿੱਖ ਭਾਈਚਾਰੇ ਨੇ ਉੱਥੇ ਛੇੜੀ ਹੋਈ ਸੀ ਕਿ ਸਿੱਖਾਂ ਨੂੰ ਦੁਪਹੀਆ ਵਾਹਨ ਯਾਨੀ ਕਿ 2 ਵਾਹਨ ਚਲਾਉਣ ਵਾਲਿਆਂ ਨੂੰ, ਰਾਈਡਰਸ ਨੂੰ ਛੋਟ ਮਿਲਣੀ ਚਾਹੀਦੀ ਹੈ ਹੈਲਮਟ ਤੋਂ, ਇਸ ਕਰਕੇ ਉਹ ਦਸਤਾਰ ਸਜਾਉਂਦੇ ਨੇ। ਇਸ ਦੀ ਜੰਗ ਜਿਹੜੀ ਉਹ ਚੱਲਦੀ ਰਹੀ ਸੀ ਔਰ ਹੁਣ ਚੰਗੀ ਖਬਰ ਇਹ ਹੈ ਕਿ ਉੱਥੋਂ ਦੀ ਸਰਕਾਰ ਨੇ ਮੰਨ ਲਿਆ ਕਿ ਦੁਪਹੀਆ ਵਾਹਨ ਜਿਹੜੇ ਸਿੱਖ ਭਰਾ ਨੇ ਉਹਨਾਂ ਨੂੰ ਹੁਣ ਹੈਲਮਟ ਪਾਉਣ ਦੀ ਲੋੜ ਨਹੀਂ ਪਏਗੀ, ਦਸਤਾਰ ਸਜਾ ਕੇ ਉਹ ਚਲਾ ਸਕਦੇ ਨੇ ਮੋਟਰਸਾਈਕਲ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਜਿਨ੍ਹਾਂ ਨੇ ਇਸ ਜੰਗ ਨੂੰ ਲੰਬੇ ਸਮੇਂ ਤੋਂ ਲੜਿਆ, ਸੰਘਰਸ਼ ਕੀਤਾ, ਅੱਜ ਕਾਮਯਾਬ ਹੋਏ ਨੇ। ਖੁਸ਼ਵੰਤ ਸਿੰਘ ਬਾਜਵਾ ਸਾਹਿਬ ਸੈਕਟਰੀ ਨੇ ਸਿੱਖ ਮੋਟਰਸਾਈਕਲ ਕਲੱਬ ਓਨਟਾਰੀਓ ਦੇ। ਬਹੁਤ ਸਵਾਗਤ ਹੈ ਬਾਜਵਾ ਸਾਹਿਬ, ਔਰ ਤੁਹਾਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਵੀ ਦਿੰਦੇ ਹਾਂ ਜਿਹੜੀ ਤੁਸੀਂ ਕਾਮਯਾਬੀ ਹਾਸਲ ਕੀਤੀ। ਬਹੁਤ ਧੰਨਵਾਦ ਹਰਪ੍ਰੀਤ ਜੀ। ਪ੍ਰੋਗਰਾਮ ਨਾਲ ਜੁੜ ਬੈਠੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਜਵਾ ਸਾਹਿਬ, ਜੰਗ ਬੜੀ ਲੰਬੀ ਸੀ, ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਤੁਸੀਂ ਆਪਣੀ ਆਈਡੈਂਟਿਟੀ ਆਪਣੇ ਲੋਕਾਂ ਦੇ ਵਿੱਚ ਰਹਿ ਕੇ ਸਮਝਾਉਣਾ ਬੜਾ ਸੌਖਾ ਹੈ। ਬਾਹਰ ਮੁਲਕ ਦੇ ਵਿੱਚ ਬੈਠੇ ਲੋਕਾਂ ਨੂੰ ਆਪਣੀ ਆਈਡੈਂਟਿਟੀ ਇਹ ਸਮਝਾਉਣਾ ਕਿ ਇਹ ਸਿਰਫ ਕੱਪੜਾ ਨਹੀਂ ਹੈ, ਇਹ ਸਾਡਾ ਤਾਜ ਹੈ, ਸਾਡੇ ਅੰਗ ਦਾ ਹਿੱਸਾ ਹੈ, ਬੜਾ ਮੁਸ਼ਕਿਲ ਰਿਹਾ ਹੋਏਗਾ। ਕਿਸ ਤਰ੍ਹਾਂ ਦਾ ਰਿਹਾ ਇਹ ਸਾਰਾ ਸਫ਼ਰ? ਜੀ ਬਿਲਕੁਲ, ਸਿੱਖ ਕੌਮ ਦੀ ਇੱਕ ਬਹੁਤ ਹੀ ਲੰਬੀ ਜੱਦੋਜਹਿਦ ਜੋ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਲੜੀ ਗਈ ਦਸਤਾਰ ਦੀ ਪੂਰਨ ਮਾਨਤਾ ਵਾਸਤੇ, ਇਹ ਸੰਘਰਸ਼ ਦੇ ਵਿੱਚ ਦਿਨ ਰਾਤ ਸਾਨੂੰ ਕਹਿ ਲਓ ਇੱਕ ਕਰਨਾ ਪਿਆ। ਬਿਕੋਜ਼ ਦਸਤਾਰ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ। ਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ 5 ਕਕਾਰਾਂ ਦੇ ਵਿੱਚੋਂ 2 ਕਕਾਰਾਂ ਦੀ ਜੋ ਰੱਖਿਆ ਸਾਂਭ ਸੰਭਾਲ ਹੈ ਸਾਡੀ ਦਸਤਾਰ ਕਰਦੀ ਹੈ, ਜਿਹਦੇ 'ਚ ਕੇਸ ਤੇ ਕੰਘਾ ਆਉਂਦੇ ਨੇ। ਅਸੀਂ ਆਪਣੇ ਆਫਿਸ ਜਾਣਾ ਹੈ, ਅਸੀਂ ਕੰਮ ਕਾਜ ਕਰਨ ਜਾਣਾ ਹੈ, ਅਸੀਂ ਦਸਤਾਰ ਤੋਂ ਬਿਨਾਂ ਬਾਹਰ ਤਾਂ ਜਾਣਾ ਇੱਕ ਪਾਸੇ ਰਿਹਾ, ਅਸੀਂ ਘਰ ਦੇ ਵਿੱਚ ਵੀ ਸ਼ਾਰਟ ਟਰਬਨ ਸਜਾ ਕੇ ਬੈਠਦੇ ਹਾਂ। ਸੋ ਇਹ ਉਸ ਸਮੇਂ ਦੀਆਂ ਸਰਕਾਰਾਂ ਦੇ ਨਾਲ ਜਿਨ੍ਹਾਂ ਨੇ ਕਈਆਂ ਨੇ ਸਾਡੇ ਨਾਲ ਵਾਅਦਾ ਵੀ ਕੀਤਾ ਸੀ ਕਿ ਓਨਟਾਰੀਓ ਧਰਤੀ ਸਾਡੀਆਂ ਸਰਕਾਰ ਆਊਗੀ ਤੇ ਅਸੀਂ ਇਹ ਕੌਮ ਨੂੰ ਹੱਕ ਦੇਵਾਂਗੇ। ਉਹਨਾਂ ਨੇ ਵਾਅਦੇ ਕੀਤੇ ਪਰ ਉਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ। ਪਰ ਹੁਣ 2018 ਅਕਤੂਬਰ ਦਾ ਮਹੀਨਾ ਐਸਾ ਚੜ੍ਹਿਆ ਕਿ ਜਦੋਂ ਇਹ ਕੌਮ ਨੂੰ ਹੱਕ ਮਿਲਿਆ ਜੀ। ਅੱਛਾ, ਮੈਨੂੰ ਇੱਕ ਗੱਲ ਦੱਸੋ, ਜਦੋਂ ਤੁਸੀਂ ਆਪਣਾ ਤਰਕ ਦੱਸਦੇ ਹੋ, ਤੁਸੀਂ ਇਹ ਦੱਸਦੇ ਹੋ ਕਿ ਅਸੀਂ ਦਸਤਾਰ ਕਿਉਂ ਸਜਾਉਣਾ ਚਾਹੁੰਦੇ ਹਾਂ, ਕਿਉਂਕਿ ਤੁਹਾਨੂੰ ਆਪਣੇ ਡਿਫੈਂਸ ਦੇ ਵਿੱਚ ਕੁਝ ਕਹਿਣਾ ਪਏਗਾ ਵੀ ਤੁਸੀਂ ਹੈਲਮਟ ਕਿਉਂ ਨਹੀਂ ਪਾਉਣਾ ਚਾਹੁੰਦੇ, ਫਿਰ ਕਿੰਨਾ ਕੁ ਮੁਸ਼ਕਿਲ ਹੋਇਆ ਸੀ ਉਹਨਾਂ ਨੂੰ ਪ੍ਰਭਾਵਿਤ ਕਰਨਾ, ਕਿੰਨਾ ਕੁ ਮੁਸ਼ਕਿਲ ਹੋਇਆ ਸੀ ਉਹਨਾਂ ਨੂੰ ਇਹ ਸਮਝਾਉਣਾ ਕਿ ਟਰਬਨ ਸਾਡੇ ਵਾਸਤੇ ਕਿਉਂ ਜ਼ਰੂਰੀ ਹੈ? ਜੀ ਬਿਲਕੁਲ, ਅਸੀਂ ਇਹਦੇ ਵਿੱਚ ਜਦੋਂ ਦੇਖੋ ਸਰਕਾਰਾਂ ਇਹ ਜਜ਼ਬਾਤਾਂ ਤੇ ਤਾਂ ਕੰਮ ਨਹੀਂ ਕਰਦੀਆਂ, ਸਾਨੂੰ ਉੱਥੇ ਨਾਲ ਐਥਿਕਸ ਐਂਡ ਲੌਜਿਕ ਵੀ ਨਾਲ ਦੇਣਾ ਪੈਂਦਾ ਹੈ ਕਿ ਇਹ ਹੱਕ ਸਾਨੂੰ ਕਿਉਂ ਜ਼ਰੂਰੀ ਨੇ। ਅਸੀਂ ਉਹਦੇ ਵਾਸਤੇ ਐਂਡ ਗੌਰਮੈਂਟ ਨੇ ਆਪਣੇ ਬਿਹਾਫ ਤੇ ਵੀ ਜਿਹੜੇ ਟੋਰਾਂਟੋ ਦੇ ਟੌਪ ਨਿਊਰੋ ਸਰਜਨ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਅਤੇ ਉਹਨਾਂ ਨੂੰ ਇਹ ਗੱਲ ਪੁੱਛੀ ਕਿ ਜਿਹੜੀ ਦਸਤਾਰ ਹੈ ਪ੍ਰੋਪਰ ਕੁਸ਼ਨ ਹੈ ਇਨ ਕੇਸ ਆਫ ਐਕਸੀਡੈਂਟ, ਜੇ ਐਕਸੀਡੈਂਟ ਹੁੰਦਾ ਤਾਂ ਕੀ ਜੋ ਰਾਈਡਰ ਹੈ ਉਹ ਦਸਤਾਰ ਦੇ ਨਾਲ ਹੈਲਮਟ ਦੇ ਬਰਾਬਰ ਸੇਫ ਹੈ। ਔਰ ਖੁਸ਼ੀ ਵਾਲੀ ਗੱਲ ਇਹ ਸੀ ਕਿ ਜਿਹੜਾ ਟੋਰਾਂਟੋ ਦੇ ਟੌਪ ਨਿਊਰੋ ਸੀ ਉਹਨਾਂ ਨੇ ਗੱਲ ਕਹੀ ਕਿ ਦਸਤਾਰ ਵਾਕਈ ਹੀ ਪ੍ਰੋਪਰ ਕੁਸ਼ਨ ਹੈ, ਇਹ ਸੇਫ ਹੈ। ਬਿਕੋਜ਼ ਜੋ ਸਟੱਡੀ ਸਟੈਟਸ ਇਹ ਕਹਿੰਦੇ ਨੇ ਅਮਰੀਕਾ ਦੀਆਂ 28 ਸਟੇਟਾਂ ਦੇ ਵਿੱਚ ਨੋ ਹੈਲਮਟ ਲਾ। ਉਹਦਾ ਕਾਰਨ ਇਹ ਹੈ ਕਿ ਜਦੋਂ ਕੋਈ ਵੀ ਮੋਟਰਸਾਈਕਲ 13.5 ਦੀ ਸਪੀਡ ਤੋਂ ਤੇਜ਼ ਜਾਂਦਾ ਹੈ ਪਰ ਮੀਲ ਤੇ, ਤਾਂ ਉਹ ਹੈਲਮਟ ਜਿਹੜਾ ਹੈ ਉਹ ਉਹਦੇ ਤੇ ਨੋ ਇਫੈਕਟਿਵ ਰਹਿ ਜਾਂਦਾ, ਬਿਕੋਜ਼ ਦੇयर ਇਜ਼ ਅ ਕੁਸ਼ਨ ਬਿਟਵੀਨ ਹੈਲਮਟ ਐਂਡ ਨੈਕ ਇਨ ਕੇਸ ਆਫ ਫਾਲ ਔਰ ਐਕਸੀਡੈਂਟ। ਜਦੋਂ ਕੋਈ ਡਿੱਗਣ ਦਾ ਖਤਰਾ ਬਣਦਾ, ਜਿਹੜਾ ਹੈਲਮਟ ਦਾ ਗੈਪ ਹੈ ਉਹੀ ਨੈਕ ਨੂੰ ਬ੍ਰੇਕ ਕਰ ਦਿੰਦਾ। ਜੇ 3 ਫੀਟ ਤੋਂ ਹੈਲਮਟ ਡਿੱਗੇ ਤਾਂ ਹੈਲਮਟ ਵਰਕ ਨਹੀਂ ਕਰਦਾ। ਸੋ ਇਹ ਬੇਸਿਕਲੀ ਜਿਹੜੇ ਇਹੋ ਜਿਹੇ ਸਟੈਟਸ ਸੀਗੇ ਇਹ ਅਸੀਂ ਗੌਰਮੈਂਟ ਨੂੰ ਉਹ ਫਾਈਲ ਵਿੱਚ ਬੰਦ ਕਰਕੇ ਜੋ ਓਨਟਾਰੀਓ ਦੀ ਪੀਸੀ ਸਰਕਾਰ ਹੈ ਆਨਰੇਬਲ ਡਗ ਫੋਰਡ ਜੀ ਜੋ ਮੁੱਖ ਮੰਤਰੀ ਚੀਫ ਮਿਨਿਸਟਰ ਨੇ ਉਹਨਾਂ ਨੂੰ ਅਸੀਂ ਦਿੱਤੇ। ਔਰ ਜੋ ਦਸਤਾਰ ਦਾ ਮਿਨੀਮਮ ਸਾਈਜ਼ ਹੈ, ਹਰ ਇੱਕ ਦਸਤਾਰ ਅਲਾਉਡ ਨਹੀਂ ਗਈ। ਜੋ ਇਹ ਕਾਨੂੰਨ ਹੈ ਇਹ 5 ਮੀਟਰ
ਘੱਟੋ ਘੱਟ 5 ਮੀਟਰ ਦਸਤਾਰ ਦਾ ਸਾਈਜ਼ ਹੋਵੇ, ਜਿਹੜੀ ਫੁੱਲ ਟਰਬਨ ਹੈ ਉਹੀ ਅਲਾਉਡ ਹੈ। ਅਸੀਂ ਆਪਣੀ ਹਿਸਟਰੀ ਨਾਲ ਕਿ ਸਾਡਾ ਯੋਗਦਾਨ ਕੀ ਹੈ, ਸਭ ਤੋਂ ਵੱਡਾ ਜੋ ਸਾਡਾ ਇਫੈਕਟਿਵ ਟੂਲ ਇਹ ਰਿਹਾ, ਜੇ ਅਸੀਂ ਵਰਲਡ ਵਾਰ 2 ਦੇ ਜੇ ਅਸੀਂ ਦਸਤਾਰ ਸਜਾ ਕੇ ਕੈਨੇਡਾ ਲਈ ਲੜ ਸਕਦੇ ਹਾਂ। 1857 ਵਿੱਚ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਆਈ ਨੀਡ ਆਰਮੀ ਆਫ 6, ਤਾਂ ਉਦੋਂ ਅਸੀਂ ਦਸਤਾਰ ਦੇ ਨਾਲ ਪ੍ਰਵਾਨਿਤ ਸੀਗੇ। ਜਦੋਂ ਤੋਪਾਂ ਚੋਂ ਗੋਲੇ ਤੇ ਗੋਲੀਆਂ ਚੱਲਦੇ ਸਨ ਤਾਂ ਉਦੋਂ ਅਸੀਂ ਜੀ ਆਇਆਂ ਨੂੰ ਸੀ, ਜੇ ਅੱਜ ਸਾਡੇ ਹੱਕ ਦੀ ਗੱਲ ਹੈ ਤਾਂ ਸਾਨੂੰ ਨਾ ਹੋ ਰਹੀ ਹੈ। ਸੋ ਇਹ ਲੰਬੇ ਸੰਘਰਸ਼ ਤੋਂ ਬਾਅਦ ਜੋ ਇਹ ਸਰਕਾਰ ਦੇ ਠੀਕ ਹੈ, ਜੰਗ ਦੇ ਮੈਦਾਨ ਦੇ ਵਿੱਚ ਦਸਤਾਰ ਪ੍ਰਵਾਨਿਤ ਹੈ ਤੇ ਸੜਕਾਂ ਤੇ ਕਿਉਂ ਨਹੀਂ? ਇਹ ਬੜਾ ਵਧੀਆ ਤੁਹਾਡਾ ਤਰਕ ਰਿਹਾ। ਇੱਕ ਗੱਲ ਹੋਰ ਦੱਸੋ, ਇਹ ਜਿਹੜੀ ਡਿਮਾਂਡ ਸੀਗੀ ਇਹ ਸਿਰਫ ਤੁਹਾਡੇ ਕਲੱਬ ਦੀ ਡਿਮਾਂਡ ਸੀ? ਕਿਉਂਕਿ ਬੜਾ ਸੋਚਣਾ ਪੈਂਦਾ ਕਿ ਜਦੋਂ ਤੁਸੀਂ ਕੋਈ ਡਿਮਾਂਡ ਰੱਖ ਰਹੇ ਹੋ ਕਿ ਵਾਕਈ ਓਨਟਾਰੀਓ ਤੇ ਸਿੱਖ ਭਾਈਚਾਰੇ ਦੀ ਇਹ ਸਾਰੀ ਡਿਮਾਂਡ ਸੀਗੀ। ਮੈਂ ਥੋੜ੍ਹਾ ਜਿਹਾ ਇਹ ਸਮਝਣਾ ਚਾਹੁੰਦਾ ਕਿ ਕਿੰਨਾ ਕੁ ਸਿੱਖ ਭਾਈਚਾਰਾ ਇਹਦੇ ਨਾਲ ਅਫੈਕਟਡ ਸੀਗਾ। ਤੁਹਾਡੀ ਜਿਹੜੀ ਇਹ ਗੱਲ ਅੱਜ ਮੰਨੀ ਗਈ ਹੈ, ਤੁਹਾਨੂੰ ਤਾਂ ਫਾਇਦਾ ਹੋਇਆ ਨੋ ਡਾਊਟ, ਇਸ ਦਾ ਫਾਇਦਾ ਕਿਸੇ ਹੋਰ ਨੂੰ ਵੀ ਹੋਇਆ? ਜੀ, ਮੈਂ ਗੱਲ ਫੀਲ ਕਰਦਾ ਕਿ ਜਿਹੜੀ ਸਿੱਖ ਨੇਸ਼ਨ ਹੈ, ਸਾਡੇ ਗੁਰੂ ਸਾਹਿਬ ਨੇ ਸਾਨੂੰ ਐਸੇ ਸਾਂਚੇ 'ਚ ਢਾਲਿਆ ਕਿ ਅਸੀਂ ਬਹੁਤ ਡਿਸਿਪਲਿਨਡ ਹਾਂ। ਅਸੀਂ ਚਾਹੇ ਸਾਡੀ SGPC ਦੇਖ ਲਓ, ਸਾਡਾ ਜੋ ਸਟਰਕਚਰ ਹੈ ਉਹ ਬਹੁਤ ਡਿਸਿਪਲਿਨਡ, ਅਸੀਂ ਇੱਕ ਤਰੀਕੇ ਨਾਲ ਚੱਲਦੇ ਹਾਂ। ਸੋ ਜਦੋਂ ਵੀ ਕੌਮ ਨੇ ਕੋਈ ਸੰਘਰਸ਼ ਕਰਨਾ, ਇੱਕ ਪਲੇਟਫਾਰਮ ਦਾ ਹੋਣਾ ਜ਼ਰੂਰੀ ਹੈ। ਸੋ ਸਮੁੱਚੇ ਤੌਰ 'ਤੇ ਆਲ ਓਵਰ ਕੈਨੇਡਾ, ਅਸੀਂ ਈਵਨ ਦੁਬਈ, ਨਿਊਜ਼ੀਲੈਂਡ, ਆਸਟ੍ਰੇਲੀਆ ਜਿੱਥੇ ਸਾਡੇ ਚੈਪਟਰਸ ਨੇ, ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਸੀ, ਕਨੈਕਟਡ ਸੀ। ਸੋ ਉੱਥੋਂ ਫਿਰ ਸਮੁੱਚੀ ਕਮਿਊਨਿਟੀ ਨੂੰ ਉੱਥੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਮੀਟਿੰਗਸ ਕਰਕੇ, ਕਮਿਊਨਿਟੀ ਇਵੈਂਟਸ ਵਿੱਚ ਜਾ ਕੇ ਅਸੀਂ ਇਹ ਫੈਸਲਾ ਸਮੁੱਚੀ ਕਮਿਊਨਿਟੀ ਕੀਤਾ ਕਿ ਲੈਟਸ ਮੇਕ ਅ ਪਲੇਟਫਾਰਮ, ਇੱਕ ਪਲੇਟਫਾਰਮ ਬਣਾਈਏ ਜੋ ਸਾਨੂੰ ਰੀਪ੍ਰਜੈਂਟ ਕਰੇ। ਇਹ ਫਿਰ ਸਿੱਖ ਮੋਟਰਸਾਈਕਲ ਕਲੱਬ ਜੋ ਇਹ ਹੋਂਦ ਵਿੱਚ ਆਇਆ, ਔਰ ਇਹਦੇ ਪਲੇਟਫਾਰਮ ਤੋਂ ਜੋ ਇਹਦੀ ਲੌਬੀ ਹੈ, ਸਾਡੇ ਕੋਲੇ 2 ਚੀਜ਼ਾਂ ਸੀ। ਸਾਨੂੰ ਬਹੁਤ ਲੋਕਾਂ ਨੇ ਸਲਾਹਾਂ ਦਿੱਤੀਆਂ ਕਿ ਜੇ ਨਹੀਂ ਮੰਨਦੇ ਤਾਂ ਤੁਸੀਂ ਹੈਲਮਟ ਨਾ ਪਾਓ, ਦਸਤਾਰਾਂ ਦੇ ਨਾਲ ਮੋਟਰਸਾਈਕਲ ਲੈ ਕੇ ਸੜਕਾਂ ਤੇ ਚਲੇ ਜਾਓ, ਤੁਹਾਨੂੰ ਇਹ ਟਿਕਟਾਂ ਦੇਣਗੇ, ਤੁਸੀਂ ਫਿਰ ਟਿਕਟਾਂ ਨੂੰ ਕੋਰਟ ਵਿੱਚ ਫਾਈਟ ਕਰਿਓ। ਪਰ ਅਸੀਂ ਇਸ ਗੱਲ ਦੇ ਮਦਈ ਨਹੀਂ ਸੀ, ਅਸੀਂ ਇਹ ਗੱਲ ਨਹੀਂ ਸੀ ਚਾਹੁੰਦੇ। ਵੀ ਵਾਂਟ ਟੂ ਅਮੈਂਡ ਦ ਲਾਅ, ਵੀ ਡੂ ਨਾਟ ਵਾਂਟ ਟੂ ਬ੍ਰੇਕ ਦ ਲਾਅ। ਸੋ ਇਸ ਕਰਕੇ ਅਸੀਂ ਇਹ ਗੱਲ ਸੋਚਿਆ ਕਿ ਨਹੀਂ, ਇਹ ਸਾਡਾ ਅਖੀਰਲਾ ਹਥਿਆਰ ਹੋਏਗਾ ਕਿ ਅਸੀਂ ਅਖੀਰ ਤੇ ਇਹ ਕੰਮ ਕਰਾਂਗੇ ਜਦੋਂ ਇਹ ਗੱਲ ਫੀਲ ਕਰਾਂਗੇ ਕਿ ਵੀ ਸਾਡੀ ਗੱਲ ਕੋਈ ਨਹੀਂ ਸੁਣ ਰਿਹਾ। ਤੇ ਸਾਨੂੰ ਇਹ ਆਸ ਸੀ ਕਿ ਸਮਾਂ ਜ਼ਰੂਰ ਲੱਗ ਸਕਦਾ, ਪਰ ਵਾਹਿਗੁਰੂ ਕਿਰਪਾ ਜ਼ਰੂਰ ਕਰਨਗੇ। ਸੋ ਅਸੀਂ ਜੋ ਇਹ ਸਮੁੱਚੀ ਕਮਿਊਨਿਟੀ ਨੇ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਇਹ ਸੰਘਰਸ਼ ਲੜਿਆ, ਔਰ ਸਾਰਿਆਂ ਨੇ ਸਾਥ ਦਿੱਤਾ। ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਤਿਹਾਸ ਰਚਿਆ ਜਾਏਗਾ। ਇਹ ਇਸ ਕਲੱਬ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਇਹ ਕਲੱਬ ਦੀ ਕਿੰਨੀਆਂ ਬ੍ਰਾਂਚਿਸ ਹੈਗੀਆਂ ਨੇ? ਕਿਉਂਕਿ ਜਦੋਂ ਅਸੀਂ ਨੈੱਟ ਤੇ ਦੇਖਦੇ ਹਾਂ, YouTube ਤੇ ਦੇਖਦੇ ਹਾਂ, ਤਾਂ ਸਾਨੂੰ ਵੱਖੋ-ਵੱਖ ਦ੍ਰਿਸ਼ ਦਿਖਾਈ ਦਿੰਦੇ ਨੇ। ਓਨਟਾਰੀਓ ਦੇ ਵਿੱਚ ਕੁਝ ਹੋਰ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਅਲੱਗ-ਅਲੱਗ ਥਾਵਾਂ ਤੇ ਕੁਝ ਹੋਰ ਦਿਖਾਈ ਦਿੰਦੇ ਨੇ। ਥੋੜ੍ਹੀ ਜਿਹੀ ਇਸ ਬਾਰੇ ਜਾਣਕਾਰੀ ਦਿਓ। ਜੀ ਬਿਲਕੁਲ, ਇਹ ਜਿਹੜਾ ਮੋਟਰਸਾਈਕਲ ਕਲੱਬ ਹੈ, ਇਸ ਤੋਂ ਪਹਿਲਾਂ ਇੱਕ ਲਫ਼ਜ਼ ਸਿੱਖ ਵੀ ਨਾਲ ਜੁੜਿਆ। ਸੋ ਜਦੋਂ ਸਿੱਖ ਮੋਟਰਸਾਈਕਲ ਕਲੱਬ ਆ ਜਾਂਦਾ ਹੈ ਤਾਂ ਇਸ ਇੱਕ ਸਿਰਫ ਰਾਈਡ ਕਰਨ ਤੋਂ ਹਟ ਕੇ ਇੱਕ ਨਾਲ ਜ਼ਿੰਮੇਵਾਰੀ ਵੀ ਕਲੱਬ ਦੀ ਆਉਂਦੀ ਹੈ। ਸੋ ਇਹ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਦਰ ਕਲੱਬ ਅਸੀਂ ਇਹਨੂੰ ਕਹਿ ਸਕਦੇ ਹਾਂ, 99 ਦੇ ਵਿੱਚ ਉਹਦਾ ਆਗਾਜ਼ ਹੋਇਆ। ਉਸ ਤੋਂ ਬਾਅਦ ਫਿਰ ਇਹ ਅੰਟਾਰੀਓ ਵਿੱਚ, ਪੰਜਾਬ ਵਿੱਚ, ਮੈਨੀਟੋਬਾ 'ਚ, ਐਲਬਰਟਾ ਦੇ ਵਿੱਚ ਸਰਦਾਰ ਜਗਮੀਤ ਸਿੰਘ ਹੁਣਾਂ ਦੀ ਸਰਕਾਰ ਹੈ, NDP ਦੀ ਗਵਰਨਮੈਂਟ ਹੈ। ਉਹਨਾਂ ਦੀ ਸਰਕਾਰ ਨੇ 2018 ਦੀ ਅਪ੍ਰੈਲ ਵਿਸਾਖੀ ਤੇ ਅਨਾਉਂਸ ਕੀਤਾ ਕਿ ਹੁਣ ਐਲਬਰਟਾ ਦੀ ਧਰਤੀ ਤੇ ਦਸਤਾਰ ਸਜਾ ਕੇ ਮੋਟਰਸਾਈਕਲ ਸਿੱਖ ਰਾਈਡ ਕਰ ਸਕਣਗੇ। ਇੱਕ ਬਹੁਤ ਵੱਡੀ ਗੱਲ ਸੀ, ਕਿਉਂਕਿ ਜਦੋਂ RCMP ਦੇ ਵਿੱਚ ਯੂਨੀਫਾਰਮ ਦਾ ਕੋਡ ਚੇਂਜ ਕਰਨ ਲਈ ਸਰਦਾਰ ਬਲਤੇਜ ਸਿੰਘ ਜੀ ਢਿੱਲੋਂ ਨੇ ਐਪਲੀਕੇਸ਼ਨ ਪਾਈ ਸੀ, ਤਾਂ 5.5 ਲੱਖ ਪਟੀਸ਼ਨ ਉਸ ਗੱਲ ਦੇ ਅੰਗੇਂਸਟ ਉਦੋਂ ਦੇ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਰੂਨੀ ਨੂੰ ਗਈ ਸੀ ਕਿ ਕੰਮ ਨਹੀਂ ਹੋਣਾ ਚਾਹੀਦਾ। ਸੋ ਐਲਬਰਟਾ ਇੱਕ ਸਿੱਖਾਂ ਦੀ ਘੱਟ ਗਿਣਤੀ ਵਾਲਾ ਸ਼ਹਿਰ ਹੈ, ਸੂਬਾ ਹੈ, ਪਰ ਫਿਰ ਵੀ ਉੱਥੇ ਸਾਨੂੰ ਜੋ ਹੱਕ ਰਾਈਟਸ ਮਿਲੇ, ਇਹ ਆਪਣੇ ਆਪ 'ਚ ਬਹੁਤ ਇੱਕ ਮੀਲ ਪੱਥਰ ਵਾਲੀ ਗੱਲ ਸੀ। ਸੋ ਫਿਰ ਮੈਨੀਟੋਬਾ ਦੇ ਵਿੱਚ ਆਗਾਜ਼ ਹੋਇਆ। ਮੈਨੀਟੋਬਾ ਦੇ ਵਿੱਚ ਵੀ ਹੁਣ ਇਹ ਕਾਨੂੰਨ ਹੈ, ਐਲਬਰਟਾ 'ਚ ਵੀ ਇਹ ਕਾਨੂੰਨ ਹੈ, BC 'ਚ ਵੀ ਹੈਗਾ। ਹੁਣ ਅੰਟਾਰੀਓ ਵਾਜ਼ ਅ ਵੈਰੀ ਟਫ ਸਟੇਟ, ਪਰ ਸਾਨੂੰ ਅੰਟਾਰੀਓ 'ਚ ਵੀ ਮਿਲ ਗਿਆ। ਇਹ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ। ਤੁਸੀਂ ਮੈਨੂੰ ਕਿਹਾ ਕਿ ਇਹਦਾ ਮਕਸਦ ਸਿਰਫ ਰਾਈਡ ਕਰਨਾ ਨਹੀਂ, ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਮੈਂ ਤਾਂ ਜ਼ਿੰਮੇਵਾਰੀ ਤੋਂ ਭਾਵ ਕੀ, ਮਤਲਬ ਹਾਲੇ ਤੱਕ ਤਾਂ ਸਾਨੂੰ ਸਿਰਫ ਨਜ਼ਰ ਜਿਹੜਾ ਆਉਂਦਾ ਕਿ ਨਗਰ ਕੀਰਤਨ ਦੇ ਅੱਗੇ ਸਿੱਖ ਭਾਈਚਾਰੇ ਦੇ ਲੋਕ ਮੋਟਰਸਾਈਕਲ ਚਲਾਉਂਦੇ ਨੇ, ਦੈਟਸ ਇਟ। ਹਾਲੇ ਤੱਕ ਲੋਕਾਂ ਦੇ ਜ਼ਿਹਨ ਦੇ ਵਿੱਚ ਸਿਰਫ ਇੰਨਾ ਕੁ ਹੈ। ਮਕਸਦ ਕੀ ਹੈ ਇਹਦਾ? ਜੀ ਦੇਖੋ, ਜਦੋਂ ਸਾਡਾ ਜਿਹੜਾ ਥਾਟ ਆਫ ਪ੍ਰੋਸੈਸ, ਜੋ ਸਾਡੀ ਰੌਸ਼ਨੀ ਆ ਗੁਰੂ ਗ੍ਰੰਥ ਸਾਹਿਬ ਹੈ, ਸਾਡੇ ਗੁਰੂ ਸਾਹਿਬ ਨੇ ਸਮਾਜ ਨੂੰ ਬਿਹਤਰ ਬਣਾਉਣ ਦੀ ਹਮੇਸ਼ਾ ਗੱਲ ਕੀਤੀ ਹੈ। ਸੋ ਅਸੀਂ ਇਹਦੇ ਨਾਲ ਜੋ ਕੌਜ਼, ਰਾਈਡ ਵਿਦ ਕੌਜ਼,
ਕੋਈ ਨਾ ਕੋਈ ਜੇ ਅਸੀਂ ਰਾਈਡ ਕਰ ਰਹੇ ਹਾਂ, ਘਰੋਂ ਨਿਕਲ ਰਹੇ ਹਾਂ, ਸਮਾਂ ਦੇ ਰਹੇ ਹਾਂ, ਇਹਦੇ ਨਾਲ ਅਸੀਂ ਆਪਣਾ ਰਾਈਡ ਨੂੰ ਮੰਨ ਰਹੇ ਹਾਂ, ਨਾਲ ਕੋਈ ਸਮਾਜ ਦਾ ਭਲਾ ਵੀ ਹੋਣਾ ਚਾਹੀਦਾ। ਅਸੀਂ 2016 ਦੇ ਵਿੱਚ ਕੈਨੇਡੀਅਨ ਕੈਂਸਰ ਸੁਸਾਇਟੀ ਵਾਸਤੇ ਕ੍ਰਾਸ ਕੈਨੇਡਾ ਰਾਈਡ ਕੀਤਾ। ਉਹਦੇ ਵਿੱਚ $1 ਲੱਖ ਅਸੀਂ ਜੋ ਫੰਡ ਰੇਜ਼ ਕਰਕੇ ਕੈਨੇਡੀਅਨ ਕੈਂਸਰ ਸੁਸਾਇਟੀ ਨੂੰ ਦਿੱਤਾ, ਔਰ ਇਹ ਫੰਡ 100% ਉਸ ਆਰਗੇਨਾਈਜੇਸ਼ਨ ਨੂੰ ਗਿਆ, ਇਹਦੇ ਵਿੱਚੋਂ ਕੋਈ ਪੈਸਾ ਇੱਧਰ ਉੱਧਰ ਨਹੀਂ ਹੋਇਆ। ਆਫਟਰ ਦੈਟ ਅਸੀਂ ਡਾਇਬਟੀਜ਼ ਕੈਨੇਡਾ ਵਾਸਤੇ ਇੱਕ ਦਿਨ 'ਚ ਰਾਈਡ ਕੀਤਾ, ਔਰ $36,000 ਰੇਜ਼ ਕਰਕੇ ਅਸੀਂ ਜੋ ਡਾਇਬਟੀਜ਼ ਕੈਨੇਡਾ ਨੂੰ ਦਿੱਤਾ। ਆਫਟਰ ਦੈਟ ਅਸੀਂ ਯੂਨਾਈਟਿਡ ਸਿਕਸ ਵਾਸਤੇ ਫੰਡ ਰੇਜ਼ ਕਰਦੇ ਹਾਂ, ਖਾਲਸਾ ਏਡ ਵਾਸਤੇ ਫੰਡ ਰੇਜ਼ ਕਰਦੇ ਹਾਂ, ਰਾਈਡ ਅਗੇਂਸਟ ਡਰੱਗਸ ਦੀ ਪ੍ਰੋਬਲਮ ਉੱਥੇ ਵੀ ਹੈਗੀ ਹੈ, ਰਾਈਡ ਅਗੇਂਸਟ ਡਰੱਗਸ ਵੀ ਅਸੀਂ ਕਰਦੇ ਹਾਂ। ਅਸੀਂ ਬ੍ਰੈਸਟ ਕੈਂਸਰ ਅਵੇਅਰਨੈਸ ਵੀ ਰਾਈਡ ਕੀਤੀ। ਸੋ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੇ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਨਵਾਂ ਪਲੇਟਫਾਰਮ ਦੇ ਸਕੀਏ, ਔਰ ਜਿਹੜੀਆਂ ਬਾਕੀ, ਕਿਉਂਕਿ ਵੀ ਆਰ ਲੈਸ ਇਨ ਨੰਬਰਸ, ਅਸੀਂ ਹੋਰ ਕਮਿਊਨਿਟੀ ਦੱਸ ਸਕੀਏ ਕਿ ਅਸੀਂ ਕੌਣ ਆ, ਸਾਡਾ ਸਿਧਾਂਤ ਕੀ ਹੈ, ਔਰ ਅਸੀਂ ਜੇ ਪੰਜਾਬ ਤੋਂ ਦੂਰ ਬੈਠੇ ਹਾਂ ਤਾਂ ਸਾਡੀਆਂ ਵੈਲਿਊਜ਼ ਕੀ ਨੇ। ਇਹ ਸਾਰੇ ਕੰਮਾਂ ਦੇ ਨਾਲ ਨਾਲ ਅਸੀਂ ਆਪਣਾ ਰਾਈਟ ਔਰ ਸਮਾਜ ਸੇਵਾ ਦਾ ਕੰਮ ਕਰਦੇ ਹਾਂ। ਜਿਹੜੀ ਯੰਗ ਜਨਰੇਸ਼ਨ ਹੈ ਉਹ ਪ੍ਰੈਕਟੀਕਲ ਬਹੁਤ ਹੁੰਦੀ ਹੈ। ਕਈ ਵਾਰ ਸਾਨੂੰ ਵੀ ਬੜੇ ਸਾਰੇ ਸਵਾਲ ਅਜਿਹੇ ਪੁੱਛੇ ਜਾਂਦੇ ਨੇ ਕਿ ਨਗਰ ਕੀਰਤਨਾਂ ਦੇ ਵਿੱਚ ਬਾਈਕਸ ਲੈ ਕੇ ਜਾਂਦੇ ਨੇ, ਇਹਦਾ ਕੀ ਫਾਇਦਾ ਜੀ, ਕੀ ਭਲਾ ਹੋ ਰਿਹਾ ਕੌਮ ਦਾ, ਕੀ ਭਲਾ ਹੋ ਰਿਹਾ ਸਿੱਖਾਂ ਦਾ, ਇੰਨੇ ਲੱਖਾਂ ਰੁਪਏ ਜਿਹੜੇ ਆ ਤੁਸੀਂ ਨਗਰ ਕੀਰਤਨਾਂ ਤੇ ਖਰਚ ਕਰ ਦਿੰਦੇ ਹੋ, ਉਹਦਾ ਕੀ ਭਲਾ ਹੋ ਰਿਹਾ, ਉਹ ਤੁਸੀਂ ਕਿਸੇ ਹੋਰ ਪਾਸੇ ਲਾਓ। ਅਜਿਹੀਆਂ ਚੀਜ਼ਾਂ ਤੁਹਾਨੂੰ ਵੀ ਕਦੇ ਦੇਖਣ ਤੋਂ ਸੁਣਨ ਨੂੰ ਮਿਲਦੀਆਂ ਜੀ? ਮੈਂ ਤੇ ਗੱਲ ਫੀਲ ਕਰਦਾ ਕਿ ਜਿਹੜੀਆਂ ਕੌਮਾਂ ਆਪਸ ਨਹੀਂ ਲੜਦੀਆਂ ਉਹ ਬਾਹਰ ਵੀ ਨਹੀਂ ਲੜ ਸਕਦੀਆਂ। ਸੋ ਮੈਂ ਗੱਲ ਫੀਲ ਕਰਦਾ ਕਿ ਠੀਕ ਹੈ, ਵਿਊ ਪੁਆਇੰਟ ਵੱਖੋ ਵੱਖ ਆਉਣੇ ਚਾਹੀਦੇ ਨੇ, ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਨਗਰ ਕੀਰਤਨ ਨੇ, ਇਟ ਇਜ਼ ਅ ਸ਼ੋ ਆਫ ਸਟਰੈਂਥ। ਜੀ ਅੱਜ ਸਾਡੇ ਉੱਥੇ 5 ਮਿਨਿਸਟਰ ਟੌਪ ਰੈਂਕਾਂ ਤੇ ਨੇ ਜੀ, ਅੱਜ ਅਸੀਂ ਕੈਬਨਿਟ ਦੇ ਵਿੱਚ ਸਾਡਾ ਅਹਿਮ ਰੋਲ ਹੈ ਕੈਨੇਡਾ ਦੀ ਧਰਤੀ ਤੇ, ਉਹ ਸਾਡੇ ਨਗਰ ਕੀਰਤਨਾਂ, ਸਾਡੀਆਂ ਜਥੇਬੰਦੀਆਂ ਦੀ ਹੀ ਦੇਣ ਹੈ। ਜਦੋਂ ਉੱਥੋਂ ਦੀਆਂ ਸਰਕਾਰਾਂ ਨੂੰ ਪਤਾ ਲੱਗੇ ਕਿ ਇਹਨਾਂ ਦਾ ਨੰਬਰਸ ਇਹ ਨੇ, ਜੇ ਅਸੀਂ ਸਾਰੇ ਵੱਖੋ ਵੱਖ ਬੈਠੇ ਆਪਣੇ ਆਪਣੇ ਥਾਵਾਂ ਤੇ ਬੈਠੇ ਰਹਾਂਗੇ, ਸਾਡੀ ਸਟਰੈਂਥ ਕਿਸੇ ਨੂੰ ਨਹੀਂ ਪਤਾ ਲੱਗਣੀ। ਇਹ ਨਗਰ ਕੀਰਤਨਾਂ ਦੀ ਇਹ ਦੇਣ ਹੈ ਕਿ ਯੂਥ ਫੀਲਸ ਕਿ ਵੀ ਆਰ ਨਾਟ ਲੈਸ ਇਨ ਨੰਬਰਸ, ਅਸੀਂ ਗਿਣਤੀ 'ਚ ਘੱਟ ਨਹੀਂ ਹਾਂ। ਬਾਹਰ ਨਿਕਲ ਕੇ ਦੇਖੋ, 2-2 ਲੱਖ ਦਾ ਇਕੱਠ ਕੌਮ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦਾ ਹੈ, ਔਰ ਦੂਰ ਬੈਠੇ ਮਾਂ ਪਿਓ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਆਪਣੇ ਬੱਚਿਆਂ ਨੂੰ ਜੜ੍ਹਾਂ ਦੇ ਨਾਲ ਜੋੜੇ ਰੱਖਣ ਦੀ। ਅੱਛਾ, ਸਟਾਰਟਿੰਗ ਦੇ ਵਿੱਚ ਤੁਸੀਂ ਕਿਹਾ ਸੀ ਕਿ ਕੁਝ ਸ਼ਰਤਾਂ ਵੀ ਨੇ, ਜਿਹੜੇ ਹੁਣੇ ਰੂਲ ਬਣਿਆ ਉਹਦੇ ਨਾਲ ਸ਼ਰਤਾਂ ਕੀ ਨੇ? ਜਿਹੜਾ ਇਹ ਕਾਨੂੰਨ ਹੈ, ਇਸ ਕਾਨੂੰਨ ਦੇ ਵਿੱਚ ਜਦੋਂ ਅਸੀਂ ਗਵਰਨਮੈਂਟ ਨੇ ਕਿਹਾ ਕਿ ਵੀ ਇਹ ਕਾਨੂੰਨ ਹੈ, ਜੋ ਬ੍ਰਿਟਿਸ਼ ਕੋਲੰਬੀਆ ਦੀ ਲਾਅ ਦੀ ਕਾਪੀ ਸੀ ਉਹ ਮੰਗਵਾਈ ਗਈ ਕਿ ਕਾਨੂੰਨ ਕੀ ਕਹਿੰਦਾ, ਕਿਉਂਕਿ ਸਾਡੀਆਂ ਗੱਲਾਂ ਉਹਨਾਂ ਨੇ ਸੁਣੀਆਂ, ਪਰ ਬੈਕ ਆਫਿਸ ਦੇ ਵਿੱਚ ਤਾਂ ਸਰਕਾਰ ਨੇ ਇੰਸ਼ੋਰੈਂਸ ਕੰਪਨੀਆਂ ਨਾਲ ਵੀ ਡੀਲ ਕਰਨਾ, ਬਿਕੋਜ਼ ਇੰਸ਼ੋਰਡ ਉਹਨਾਂ ਦੇ ਆਪਣੇ ਫਾਈਲਾਂ ਦੀ ਉਹਨਾਂ ਰਿਕੁਆਇਰਮੈਂਟਸ, ਉਹਨਾਂ ਨੇ ਆਪਣੀ ਤਸੱਲੀ ਵੀ ਕਰਨੀ ਸੀ। ਸੋ ਜੇ ਇਹ ਜਿਹੜਾ ਕਾਨੂੰਨ ਹੈ, ਇਹ ਅਨਸ਼ੋਰਨ ਹੇਅਰ ਜਿਹੜੇ ਸਿੱਖਾਂ ਨੇ ਕੇਸ ਰੱਖੇ ਨੇ, ਇਹ ਕਾਨੂੰਨ ਉਹਨਾਂ ਲਈ ਹੈ। ਸਭ ਤੋਂ ਪਹਿਲੀ ਗੱਲ ਹੈ, ਫੁੱਲ ਟਰਬਨ ਹੋਣੀ ਚਾਹੀਦੀ ਹੈ, ਕੋਈ ਸ਼ਾਰਟ ਟਰਬਨ ਅਲਾਉਡ ਨਹੀਂ ਹੈ। ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਫੁੱਲ ਹੇਅਰ ਮਤਲਬ ਤੁਹਾਡੀ ਬੀਅਰਡ ਵੀ ਹੋਣੀ ਚਾਹੀਦੀ, ਦਾੜੀ ਵੀ ਹੋਣੀ ਚਾਹੀਦੀ, ਸਿਰ ਦੇ ਕੇਸ, ਕਿਉਂਕਿ ਜਿਹੜੀ ਦਸਤਾਰ ਹੈ ਇਹ ਸਿਰ ਦੇ ਉੱਤੇ ਹੈ। ਸੋ ਅਸੀਂ ਇਹ ਕਾਨੂੰਨ ਜੋ ਇਹ ਕਹਿੰਦਾ ਕਿ ਅਨਸ਼ੋਰਨ ਹੇਅਰ, ਤੁਸੀਂ ਵੈਸੇ ਤਾਂ ਸਿੱਖ ਨੂੰ ਕੇਸ ਕਤਲ ਕਰਨੇ ਨਹੀਂ ਚਾਹੀਦੇ, ਪਰ ਚਲੋ ਪਹਿਲੀ ਗੱਲ ਇਹ ਹੈ ਜੇ ਕਿਸੇ ਦਾ ਮਨ ਹੈ ਤਾਂ ਉਹ ਸਿਰ ਦੇ ਕੇਸ ਹੋਣੇ ਬਹੁਤ ਜ਼ਰੂਰੀ ਹੈ। ਸੋ ਮਿਨੀਮਮ 5 ਮੀਟਰ ਆਫ ਦਸਤਾਰ, ਘੱਟੋ ਘੱਟ 5 ਮੀਟਰ ਦਸਤਾਰ ਇਹ ਹੋਣੀ ਚਾਹੀਦੀ ਹੈ, ਔਰ ਤੁਹਾਡੇ ਅਨਸ਼ੋਰਨ ਹੇਅਰ ਹੋਵੋ, ਤੁਸੀਂ ਰੈਗੂਲਰਲੀ ਹੈਬਚੁਅਲ ਦਸਤਾਰ ਸਜਾਉਂਦੇ ਹੋਵੋ, ਤੁਹਾਨੂੰ ਅੰਟਾਰੀਓ ਦੇ ਡਰਾਈਵਿੰਗ ਲਾਇਸੈਂਸ ਤੇ ਤੁਹਾਡੀ ਦਸਤਾਰ ਵਾਲੀ ਪਿਕਚਰ ਹੋਣੀ ਜ਼ਰੂਰੀ ਹੈ। ਕੀ ਬਾਤ, ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਉਦਾਂ ਤੁਸੀਂ ਜੈਲ ਲਾ ਕੇ ਘੁੰਮਦੇ ਫਿਰੋ ਤੇ ਜਦੋਂ ਮੋਟਰਸਾਈਕਲ ਦੀ ਕਹਦਾ ਉਦੋਂ ਨਹੀਂ। ਇਟ ਇਜ਼ ਅ ਹੈਬਚੁਅਲ ਸਿੱਖ ਵਾਸਤੇ ਕਾਨੂੰਨ ਹੈ, ਔਰ ਪ੍ਰੋਪਰ ਫੁੱਲ ਸਾਈਜ਼ ਟਰਬਨ ਹੀ ਅਲਾਉਡ ਹੈ। ਅੱਛਾ, ਇੱਕ ਹੋਰ ਗੱਲ ਦੱਸੋ, ਜਿਵੇਂ ਸਾਡੇ ਇੰਡੀਆ ਦੇ ਵਿੱਚ ਹੈ ਕਿ ਜੇ ਅੱਗੇ ਵਾਲੇ ਨੇ ਹੈਲਮਟ ਪਾਈਏ ਤਾਂ ਪਿੱਛੇ ਵਾਲੇ ਦੀ ਹੈਲਮਟ ਜ਼ਰੂਰੀ ਹੈਗੀ ਹੈ, ਉੱਥੇ ਵੀ ਅਜਿਹਾ ਕੁਝ ਹੈਗਾ ਕਿ ਦਸਤਾਰ ਵਾਲਾ ਬੰਦਾ ਪਿੱਛੇ ਵੀ ਬੈਠ ਕੇ ਰਾਈਡ ਕਰ ਸਕਦਾ? ਜੀ ਬਿਲਕੁਲ, ਉਹਦੇ ਲਈ ਹੈਲਮਟ ਜ਼ਰੂਰੀ ਨਹੀਂ ਹੈ। ਜਿਹਨੇ ਸਿਰ ਤੇ ਦਸਤਾਰ ਸਜਾਈ ਹੈ, ਫੁੱਲ ਸਾਈਜ਼ ਟਰਬਨ ਹੈ, ਉਹਨੂੰ ਚਾਹੇ ਉਹ ਅੱਗੇ ਹੈ ਚਾਹੇ ਉਹ ਪਿੱਛੇ ਹੈ, ਉਹਨੂੰ ਹੈਲਮਟ ਦੀ ਜ਼ਰੂਰਤ ਨਹੀਂ ਹੈ। ਜਦੋਂ ਤੁਸੀਂ ਨਗਰ ਕੀਰਤਨਾਂ ਦਾ ਹਿੱਸਾ ਬਣਦੇ ਹੋ, ਸ਼ਮੂਲੀਅਤ ਕਰਦੇ ਹੋ, ਕਿੱਦਾਂ ਦੇ ਰਿਐਕਸ਼ਨਸ ਤੁਹਾਨੂੰ ਸੁਣਨ ਨੂੰ ਮਿਲਦੇ ਨੇ, ਖਾਸ ਤੌਰ ਤੇ ਯੂਥ ਤੋਂ ਜਾਂ ਬਜ਼ੁਰਗਾਂ ਤੋਂ? ਕਿਸ ਤਰ੍ਹਾਂ ਦੇ ਰਿਐਕਸ਼ਨ ਤੁਹਾਨੂੰ ਮਿਲਦੇ ਨੇ? ਮੈਂ ਗੱਲ ਫੀਲ ਕਰਦਾ ਕਿ ਹਿਊਮਨ ਨੇਚਰ ਹੈ, ਅਸੀਂ ਇਨਸਾਨ ਹੈ, ਸਾਨੂੰ ਅਕਾਲ ਪੁਰਖ ਨੇ ਸਾਰਿਆਂ ਨੂੰ ਵੱਖੋ ਵੱਖ ਬਣਾਇਆ, ਔਰ ਸਾਨੂੰ ਵੱਖੋ ਵੱਖ ਚੀਜ਼ਾਂ ਅਟਰੈਕਟ ਕਰਦੀਆਂ ਨੇ। ਕਿਸੇ ਨੂੰ ਗੁਰਦੁਆਰੇ ਸਾਹਿਬ 'ਚ ਹੁੰਦਾ ਪ੍ਰਚਾਰ ਅਟਰੈਕਟ ਕਰਦਾ, ਸਿੱਖੀ ਨਾਲ ਜੁੜਨ ਦੇ ਵੱਖਰੇ ਵੱਖਰੇ ਮਾਧਿਅਮ ਨੇ। ਸਿੱਖ ਮੋਟਰਸਾਈਕਲ ਕਲੱਬ ਇੱਕ ਉਸੇ ਤਰ੍ਹਾਂ ਦਾ ਹੀ ਇੱਕ ਮਾਧਿਅਮ ਹੈ, ਅਲਕੋਹਲ ਫ੍ਰੀ ਹੈ। ਅਸੀਂ ਆਪਣੀ ਜਿਹੜੀਆਂ ਐਨੂਅਲ ਗਾਲਾਜ਼ ਉੱਥੇ ਕਰਦੇ ਹਾਂ, ਅਸੀਂ 4 ਹੁਣ ਤੱਕ ਕੀਤੀਆਂ ਨੇ, ਜਿਹਦੇ ਵਿੱਚ ਹਾਈ ਲੈਵਲ ਦੇ ਮਿਨਿਸਟਰਸ ਨੇ ਸ਼ਮੂਲੀਅਤ ਕੀਤੀ ਆ, ਕਿਉਂਕਿ ਸਰਕਾਰਾਂ ਨਾਲ ਲੌਬੀ ਕਰ ਰਹੇ ਸੀ, ਸਰਕਾਰਾਂ ਦੀ ਸਪੋਰਟ ਸੀ, ਸਰਕਾਰਾਂ ਆਉਂਦੀਆਂ ਸਨ। ਅਸੀਂ ਅੱਜ ਤੱਕ
ਕਿਸੇ ਵੀ ਨਸ਼ੇ ਦਾ ਸੇਵਨ, ਨਾ ਬੀਅਰ ਨਾ ਸ਼ਰਾਬ ਅੱਜ ਤੱਕ ਕਦੀ ਅਸੀਂ ਆਪਣੀ ਗਾਲਾਂ 'ਚ ਨਹੀਂ ਰੱਖੀ। ਅਲਕੋਹਲ ਫਰੀ ਇਨਵਾਇਰਨਮੈਂਟ ਕਲੱਬ ਦਿੰਦਾ ਹੈ। ਸੋ ਮਾਂ ਪਿਓ ਇੰਨੇ ਕੁ ਜ਼ਿਆਦਾ ਕਲੱਬ ਤੇ ਬਲੀਵ ਕਰਦੇ ਨੇ। ਉੱਥੇ ਕਿਸੇ ਵੀ ਬੱਚੇ ਨੇ ਕਿਸੇ ਵੀ ਆਪਣੇ ਬੱਚੇ ਨੂੰ ਮਿਲਣ ਜਾਣਾ ਹੋਵੇ ਤੇ ਮਾਂ ਪਿਓ ਆਪਸ 'ਚ ਗੱਲ ਕਰਦੇ ਨੇ। ਘੱਟੋ ਘੱਟ ਮਾਂ ਪਿਓ 5 ਥਾਂ ਤੇ ਫੋਨ ਕਰਕੇ ਬੱਚੇ ਆਪਣੇ ਨੂੰ ਭੇਜਦੇ ਨੇ ਕਿ ਨਾਲ ਕੌਣ ਜਾ ਰਿਹਾ, ਕਿੱਥੇ ਜਾ ਰਹੇ ਨੇ, ਜੋ ਇੱਕ ਮਾਂ ਪਿਓ ਦੀ ਡਿਊਟੀ ਬਣਦੀ ਹੈ। ਪਰ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਲਿਖਿਆ ਕੋਈ ਵੀ ਪ੍ਰੋਗਰਾਮ ਮਾਂ ਪਿਓ ਦੀ ਤਸੱਲੀ ਬਖਸ਼ ਹੁੰਦਾ ਹੈ ਔਰ ਉਹ ਆਪਣੇ ਬੱਚਿਆਂ ਨੂੰ ਦੇ ਕੇ ਜਾਂਦੇ ਨੇ ਕਿ ਜੇ ਇਹਨਾਂ ਨਾਲ ਚੱਲੇ ਨੇ ਤੇ ਕੁਝ ਘਰ ਸਿੱਖ ਕੇ ਹੀ ਆਉਣਗੇ। ਸੋ ਜਦੋਂ ਅਸੀਂ ਨਗਰ ਕੀਰਤਨਾਂ ਤੇ ਮੋਟਰਸਾਈਕਲ ਸਜਾਉਂਦੇ ਆ ਤਾਂ ਬੱਚੇ ਸਾਨੂੰ ਪੁੱਛਦੇ ਨੇ। ਬੱਚਿਆਂ ਦੇ ਵਿੱਚ ਸੇਵਾ ਦੀ ਭਾਵਨਾ ਆਉਂਦੀ ਹੈ, ਕੇਸ ਰੱਖਣ ਦੀ ਭਾਵਨਾ ਆਉਂਦੀ ਹੈ ਔਰ ਉਹਨਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲਦਾ ਹੈ ਸਿੱਖੀ ਦੀ ਸੇਵਾ ਕਰਨ ਲਈ। ਤੁਸੀਂ ਤੁਹਾਡੇ ਓਨਟਾਰੀਓ ਕਲੱਬ ਦੇ ਕਿੰਨੇ ਮੈਂਬਰ ਨੇ ਔਰ ਕੀ ਮੈਂ ਸਮਝਿਆ ਕਿ ਤੁਸੀਂ ਇਸ ਮੈਂਬਰ ਨੂੰ ਐਕਸਪੈਂਡ ਹੋਰ ਵੀ ਕਰੋਗੇ, ਮੈਂਬਰਸ਼ਿਪ ਨੂੰ ਤੁਸੀਂ ਨਵੇਂ ਬੱਚਿਆਂ ਨੂੰ ਵੀ ਸ਼ਾਮਿਲ ਕਰਦੇ ਹੋ ਆਪਣੇ ਤੇ? ਜਿਹੜੀ ਮੈਂਬਰਸ਼ਿਪ ਹੈ ਸਾਡਾ ਕਨਸਟੀਟਿਊਸ਼ਨ ਬਣਿਆ, ਅਸੀਂ ਆਪਣੇ ਕਨਸਟੀਟਿਊਸ਼ਨ ਨੂੰ ਫੋਲੋ ਕਰਦੇ ਹਾਂ। ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਮੈਂਬਰ ਬਣਨ ਦਾ ਚਾਹ ਹੁੰਦਾ ਪਰ ਉਸ ਚੀਜ਼ ਨੂੰ ਕੈਰੀ ਕਰਨਾ, ਫੋਲੋ ਕਰਨਾ ਮੁਸ਼ਕਲ ਹੁੰਦਾ ਬਿਕੋਜ਼ ਡਿਸਿਪਲਿਨ ਇਜ਼ ਫਸਟ। ਜਿਹੜੀ ਇਹ ਕਲੱਬ ਦੀ ਤੁਸੀਂ ਜੈਕਟ ਮੇਰੀ ਪਾਈ ਦੇਖ ਰਹੇ ਹੋ, ਇਹ ਜੈਕਟ ਜਾਂ ਸ਼ਰਟ ਕਲੱਬ ਦੀ ਕੋਈ ਵੀ ਪ੍ਰਾਪਰਟੀ ਪਾ ਕੇ ਕਲੱਬ ਦਾ ਕੋਈ ਵੀ ਮੈਂਬਰ ਕਿਸੇ ਵੀ ਅਨਸਖਾਵੀ ਥਾਂ ਤੇ ਜਿਵੇਂ ਸ਼ਰਾਬ, ਬੀਅਰ ਬਾਰ ਹੈ ਜਾਂ ਹੋਰ ਇਤਰਾਜ਼ਯੋਗ ਥਾਵਾਂ ਨੇ ਉੱਥੇ ਕਲੱਬ ਦੀ ਪ੍ਰਾਪਰਟੀ ਪਾ ਕੇ ਨਹੀਂ ਜਾ ਸਕਦੇ। ਅਸੀਂ ਉਹਦੀ ਮੈਂਬਰਸ਼ਿਪ ਕੈਂਸਲ ਕਰ ਦਿੰਦੇ ਹਾਂ। ਅਸੀਂ ਮੈਂਬਰਸ਼ਿਪ ਬੰਦੇ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਕੇ ਦਿੰਦੇ ਹਾਂ ਕਿ ਕਿਤੇ ਉਹ ਕਿਸੇ ਗਲਤ ਪ੍ਰੈਕਟਿਸ ਕਿਤੇ ਇਨਵੋਲਵ ਤਾਂ ਨਹੀਂ, ਉਹਦਾ ਬੈਕਗਰਾਊਂਡ ਕੀ ਹੈ, ਉਹਦੀ ਐਜੂਕੇਸ਼ਨ ਕੀ ਹੈ ਔਰ ਜਿਹੜੇ ਬੰਦੇ ਦਾ ਸਿੱਖ ਬਿਲੀਫ ਹੈ ਉਹਦਾ ਕਰੈਕਟਰ ਚੈੱਕ ਕਰਕੇ, ਕਿਉਂਕਿ ਸਿੱਖੀ ਕਰੈਕਟਰ ਦੀ ਹੈ, ਅਸੀਂ ਕਰੈਕਟਰ ਚੈੱਕ ਕਰਕੇ ਹੀ ਉਹਦੀ ਮੈਂਬਰਸ਼ਿਪ ਦਿੰਦੇ ਹਾਂ। ਫੀਸ ਵੀ ਰੱਖੀ ਤੁਸੀਂ? ਜੀ ਇਹਦੀ ਫੀਸ ਹੈਗੀ ਹੈ ਬਿਕੋਜ਼ ਹਰ ਇੱਕ ਸੰਸਥਾ ਦੇ ਖਰਚੇ ਹੁੰਦੇ ਨੇ। ਇਹਦੀ ਨੋਮੀਨਲ ਫੀ ਅਸੀਂ $100 ਸਾਲ ਦੀ ਫੀਸ ਰੱਖੀ ਹੈ ਔਰ ਇਹਦੀ ਰਜਿਸਟ੍ਰੇਸ਼ਨ ਫੀ ਹੈ। ਸੋ ਇਦਾਂ ਦੇ ਛੋਟੇ ਮੋਟੇ ਖਰਚੇ ਨੇ ਪਰ ਇਹ ਹੈ ਕਿ ਵੀ ਉਹ ਬੜੇ ਨੋਮੀਨਲ ਨੇ, ਜ਼ਿਆਦਾ ਨਹੀਂ ਹੈਗੇ। ਤੁਹਾਨੂੰ ਲੱਗਦਾ ਕਿ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਬਹੁਤ ਜ਼ਰੂਰੀ ਹੈ ਨਗਰ ਕੀਰਤਨ ਹੋਣੇ, ਕੀਰਤਨ ਦਰਬਾਰ ਹੋਣੇ, ਗੁਰਬਾਣੀ ਦਾ ਪ੍ਰਸਾਰ ਤੇ ਪ੍ਰਚਾਰ ਹੋਣਾ, ਪਰ ਅਜਿਹੀਆਂ ਪ੍ਰੈਕਟੀਕਲ ਚੀਜ਼ਾਂ ਵੀ ਹੋਣੀਆਂ ਬੜੀਆਂ ਜ਼ਰੂਰੀ ਨੇ? ਹੁਣ ਜਿਵੇਂ ਤੁਸੀਂ ਕਿਹਾ ਕਿ ਉਹ ਕੇਸ ਰੱਖਣ ਦੀ ਉਹਨਾਂ ਦੇ ਵਿੱਚ ਆਉਂਦੀ ਹੈ ਗੱਲ ਕਿ ਮੈਂ ਵੀ ਕੇਸ ਰੱਖਾਂ, ਔਰ ਇਹ ਰੂਲ ਤਾਂ ਹੋਰ ਜ਼ਿਆਦਾ ਸਾਡੀ ਸਿੱਖੀ ਨੂੰ ਪ੍ਰਚਾਰ ਤੇ ਪ੍ਰਸਾਰ ਕਰੇਗਾ ਕਿ ਜੇ ਮੈਨੂੰ ਹੈਲਮਟ ਤੋਂ ਛੂਟ ਚਾਹੀਦੀ ਹੈ ਤਾਂ ਮੈਨੂੰ ਕੇਸ ਰੱਖਣੇ ਪੈਣੇ। ਬਿਲਕੁਲ ਸਹੀ ਪੁਆਇੰਟ ਫੜਿਆ ਤੁਸੀਂ। ਇਹ ਗੱਲ ਇਦਾਂ ਹੀ ਜਦੋਂ ਅਸੀਂ ਸੰਘਰਸ਼ ਕਰ ਰਹੇ ਸੀ ਸਾਨੂੰ ਬਹੁਤ ਸਾਰੀਆਂ ਇੰਸਟਾਗ੍ਰਾਮ, ਫੇਸਬੁੱਕ, ਈਮੇਲ ਤੇ ਮੈਸੇਜ ਆਉਂਦੇ ਸੀ, ਵੀਰ ਜੀ ਅਸੀਂ ਤੁਹਾਡੇ ਨਾਲ ਆ, ਜਿੱਦਣ ਇਹ ਹੱਕ ਮਿਲ ਗਿਆ ਮੈਂ ਕੇਸ ਰੱਖਣੇ ਸ਼ੁਰੂ ਕਰ ਲਏ ਨੇ। ਸੋ ਅਸੀਂ ਗੱਲ ਫੀਲ ਕੀਤੀ ਹੈ, ਸਾਡੇ ਕੋਲ ਡਾਟਾਬੇਸ ਬਹੁਤ ਸਟਰੋਂਗ ਸੋਲਿਡ ਬਣ ਗਿਆ ਸੀ ਕਿਉਂਕਿ ਅਸੀਂ ਨਗਰ ਕੀਰਤਨਾਂ ਤੇ ਮੇਲਿਆਂ ਤੇ ਕਮਿਊਨਿਟੀ ਇਵੈਂਟਸ ਤੇ ਜਾਂਦੇ ਸੀ ਔਰ ਅਸੀਂ ਗੱਲ ਫੀਲ ਕੀਤੀ ਹੈ ਕਿ ਅਸੀਂ ਗੁੱਡ ਨੰਬਰਸ ਦੇ ਵਿੱਚ ਜੋ ਹੈ ਉਹ ਕੇਸਾਂ ਨੂੰ ਰੱਖਣ ਵਾਸਤੇ ਲੋਕਾਂ ਦਾ ਮਨੋਬਲ ਉੱਪਰ ਚੁੱਕ ਰਹੇ ਹਾਂ ਔਰ ਇਸ ਕਾਨੂੰਨ ਦੇ ਨਾਲ ਸਿੱਖ ਜਨਰੇਸ਼ਨ ਯੂਥ ਨੂੰ ਇੱਕ ਨਵਾਂ ਹਲਾਰਾ ਜ਼ਰੂਰ ਮਿਲਿਆ। ਇੱਕ ਆਖਰੀ ਸਵਾਲ, ਬੜਾ ਜ਼ਰੂਰੀ ਹੁੰਦਾ ਕਿ ਜਿਸ ਵੀ ਮੁਲਕ ਦੇ ਵਿੱਚ ਤੁਸੀਂ ਵਿਚਰ ਰਹੇ ਹੋਵੋ ਤਾਂ ਤੁਹਾਡੀਆਂ ਜਿਹੜੀਆਂ ਸੰਸਥਾਵਾਂ ਨੇ, ਤੁਹਾਡੀਆਂ ਕੌਮ ਦੀਆਂ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਦਾ ਤੁਹਾਡਾ ਸਾਥ ਬੜਾ ਜ਼ਰੂਰੀ ਹੈ, ਉਹਨਾਂ ਤੋਂ ਤੁਹਾਡੀ ਹੱਲਾਸ਼ੇਰੀ ਬੜੀ ਜ਼ਰੂਰੀ ਹੈ। ਓਨਟਾਰੀਓ ਦੇ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਨੇ, ਉਹਨਾਂ ਦਾ ਕੀ ਰੁਝਾਨ ਸੀਗਾ ਇਸ ਗੱਲ ਨੂੰ ਲੈ ਕੇ, ਜਾਂ SGPC ਜਾਂ DSGMC ਦਾ ਕਿੰਨਾ ਕੁ ਸਹਿਯੋਗ ਤੁਹਾਨੂੰ ਮਿਲਿਆ? ਜੀ ਬਿਲਕੁਲ, ਜਿਹੜੇ ਸਾਡੇ ਬੈਕਬੋਨ ਨੇ ਉਹ ਤਾਂ ਸਾਡੇ ਗੁਰਦੁਆਰੇ ਸਾਹਿਬ ਅਤੇ ਆਰਗੇਨਾਈਜੇਸ਼ਨਸ ਨੇ। ਸਿੱਖਾਂ ਦੀ ਬਹੁਤ ਵੱਡੀ ਸੰਸਥਾ ਹੈ ਕੈਨੇਡਾ ਓਨਟਾਰੀਓ ਦੇ ਵਿੱਚ, ਓਨਟਾਰੀਓ ਸਿੱਖ ਸੈਂਟ ਗੁਰਦੁਆਰਾ ਕਾਉਂਸਲ, ਉਹਦੇ ਅੰਡਰ ਤਕਰੀਬਨ 18 ਗੁਰਦੁਆਰੇ ਸਾਹਿਬਾਨ ਆਉਂਦੇ ਨੇ ਔਰ ਉਸ ਨਗਰ ਕੀਰਤਨ ਜਿਹੜਾ ਡਾਊਨਟਾਊਨ ਟੋਰਾਂਟੋ ਲੱਖਾਂ ਦੀ ਗਿਣਤੀ ਵਾਲਾ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ, ਉਹ ਨਗਰ ਕੀਰਤਨ ਦੀ ਸਟੇਜ ਤੋਂ ਪਿਛਲੇ ਪ੍ਰੀਮੀਅਰ ਕੈਥਰੀਨ ਵਿਨ ਦੇ ਬੋਲਣ ਤੋਂ ਪਹਿਲਾਂ ਸੈਕਟਰੀ OSDC ਦੇ ਵੱਲੋਂ ਇਹ ਮਤੇ ਪੜ੍ਹੇ ਗਏ ਕਿ ਸਿੱਖਾਂ ਦੀ ਡਿਮਾਂਡ ਇਸ ਨੂੰ ਤੁਸੀਂ ਪੂਰਾ ਕਰੋ। ਸੋ ਸਾਨੂੰ ਉੱਥੇ ਵਿਚਰਦਿਆਂ ਸਾਰੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਤੋਂ, ਬਿਕੋਜ਼ ਗੁਰਦੁਆਰੇ ਸਾਹਿਬਾਨਾਂ ਨੇ ਸਟੂਡੈਂਟਸ ਨੂੰ ਸਾਂਭਣ 'ਚ ਬਹੁਤ ਵੱਡਾ ਰੋਲ ਪਲੇ ਕੀਤਾ। 24 ਘੰਟੇ ਓਪਨ ਨੇ, ਜਦੋਂ ਮਰਜ਼ੀ ਹਰ ਤਰ੍ਹਾਂ ਦੀ ਹੈਲਪ ਉਹ ਕਰਦੇ ਨੇ, ਇੱਕ ਤਰੀਕੇ ਨਾਲ ਹੈਲਪ ਸੈਂਟਰ ਬਣੇ ਹੋਏ ਨੇ। ਸੋ ਇਸ ਕਰਕੇ ਸਾਰੇ ਗੁਰਦੁਆਰੇ ਸਾਹਿਬਾਨਾਂ ਨੇ, ਆਰਗੇਨਾਈਜੇਸ਼ਨਸ ਨੇ 100% ਸਪੋਰਟ ਕੀਤਾ। ਅਸੀਂ ਆਪਣੀ ਡਾਇਬਟੀਜ਼ ਕੈਨੇਡਾ ਵਾਲੀ ਰਾਈਡ ਵੀ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਤੋਂ ਹੀ ਵੇਵ ਆਫ ਕੀਤੀ ਸੀ, ਜਿਹਦੇ ਵਿੱਚ ਮੁੱਖ ਮੰਤਰੀ ਆਪ ਪਹੁੰਚੇ ਸਨ। ਕੀ ਬਾਤ ਹੈ, ਬਹੁਤ ਬਹੁਤ ਧੰਨਵਾਦ ਖੁਸ਼ਵੰਤ ਸਿੰਘ ਬਾਜਵਾ ਸਾਹਿਬ ਇਹ ਸਾਡੇ ਨਾਲ ਗੱਲਾਂ ਸ਼ੇਅਰ ਕਰਨ ਦੇ ਲਈ, ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਪਹੁੰਚੀ ਨਹੀਂ ਸਨ, ਉਹ ਪਹੁੰਚਣੀਆਂ ਬੜੀਆਂ ਜ਼ਰੂਰੀ ਨੇ ਔਰ ਅਸੀਂ ਆਸ ਤੇ ਉਮੀਦ ਕਰਦੇ ਹਾਂ ਕਿ ਜਿਸ ਰਾਹ ਤੇ ਤੁਸੀਂ ਤੁਰੇ ਹੋ, ਜਿਸ ਮਕਸਦ ਦੇ ਨਾਲ ਤੁਰੇ ਹੋ, ਉਹਦੇ ਵਿੱਚ ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸੋ ਇਹ ਸਨ ਖੁਸ਼ਵੰਤ ਸਿੰਘ ਬਾਜਵਾ ਸਾਹਿਬ ਜਿਹੜੇ ਸਾਨੂੰ ਦੱਸ ਰਹੇ ਸਨ ਕਿ ਕਿੰਨਾ ਲੰਬਾ ਸੰਘਰਸ਼ ਸੀਗਾ, ਪਰ ਆਸ ਤੇ ਉਮੀਦ ਨਹੀਂ ਛੱਡੀ ਇਹਨਾਂ ਨੇ ਔਰ ਆਖਰਕਾਰ ਜਿੱਤ ਵੀ ਹੋਈ ਹੈ, ਕਿਉਂਕਿ ਜਿਸ ਮਕਸਦ ਨੂੰ ਤੁਸੀਂ ਚੰਗੇ ਰਾਹ ਤੇ ਤੁਰੋ ਤਾਂ ਪਰਮਾਤਮਾ ਤੁਹਾਡਾ ਸਾਥ ਖੁਦ ਦਿੰਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।